ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ ਤੇ ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਹਿਲੀ ਭਾਸ਼ਾ ਵਿੱਚੋਂ ਪਾਠ ਨੰਬਰ 10 ਹਰਿਆਵਲ ਦੇ ਬੀਜ ਪਾਠ ਪੜ੍ਹ ਰਹੇ ਸਾਂ, ਜੋ ਕਿ ਕਰਨਲ ਜਸਬੀਰ ਸਿੰਘ ਭੁੱਲਰ ਜੀ ਦੁਆਰਾ ਲਿਖਿਆ ਹੋਇਆ ਹੈ। ਇਸ ਪਾਠ ਵਿੱਚ ਅਸੀਂ ਰੁੱਖਾਂ ਦੀ ਮਹੱਤਤਾ ਬਾਰੇ ਪੜ੍ਹ ਰਹੇ ਸਾਂ। ਹੁਣ ਤੱਕ ਅਸੀਂ ਕਹਾਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੀਆਂ ਆਰਥਿਕ ਲੋੜਾਂ ਲਈ ਜੰਗਲ ਕੱਟ ਕੇ ਉੱਥੇ ਲੱਕੜੀ ਵੇਚ ਕੇ ਅਮੀਰ ਬਣੇ ਸਨ। ਤੇ ਇੱਕ ਵਾਰ ਇੱਕ ਫਕੀਰ ਉਹਨਾਂ ਦੀ ਮੂਰਖਤਾ ਵੇਖ ਕੇ ਕਹਿਣ ਲੱਗਾ ਕਿ ਇਸ ਤਰ੍ਹਾਂ ਤੁਸੀਂ ਉੱਜੜ ਜਾਓਗੇ। ਤੇ ਇਸ ਤਰ੍ਹਾਂ ਹੀ ਹੋਇਆ। ਤੇ ਉੱਥੇ ਝੱਖੜ ਝੂਲਣ ਲੱਗੇ ਤੇ ਸਾਰਾ ਹਰਾ ਭਰਾ ਜੰਗਲ ਮਾਰੂਥਲ ਬਣ ਗਿਆ। ਤੇ ਤੂਫਾਨ ਵਿੱਚ ਹੀ ਉੱਥੇ ਇੱਕ ਭੀਖੂ ਨਾਂ ਦੇ ਆਦਮੀ ਦਾ ਪਰਿਵਾਰ ਵੀ ਇਸ ਦੀ ਚਪੇਟ ਵਿੱਚ ਆਇਆ ਤੇ ਇੱਕ ਰੁੱਖ ਨੇ ਹੀ ਉਹਨਾਂ ਦੇ ਪਰਿਵਾਰ ਦੀ ਜਾਨ ਬਚਾਈ। ਅੱਜ ਅਸੀਂ ਅਗਲੇ ਪੰਨੇ ਵਿੱਚ ਕਹਾਣੀ ਅੱਗੇ ਸ਼ੁਰੂ ਕਰਨ ਲੱਗੇ ਹਾਂ। ਉਹ ਸਾਰੇ ਜੀ ਰਲ ਕੇ ਨਿਸ਼ਾਨ ਵਾਲੀ ਥਾਂ ਪੁੱਟਣ ਲੱਗ ਪਏ। ਉੱਥੇ ਸੱਚਮੁੱਚ ਹੀ ਪਾਣੀ ਸੀ। ਝੱਖੜ ਨੇ ਪਾਣੀ ਦੇ ਉਸ ਸਰੋਤ ਨੂੰ ਰੇਤ ਨਾਲ ਢੱਕ ਦਿੱਤਾ ਸੀ। ਪਾਣੀ ਵੇਖ ਕੇ ਉਹਨਾਂ ਦੀਆਂ ਵਰਾਸ਼ਾਂ ਖਿੜ ਗਈਆਂ। ਉਹਨਾਂ ਬੁੱਕਾਂ ਭਰ ਪਾਣੀ ਪੀਤਾ। ਜਦੋਂ ਭੁੱਖ ਲੱਗੀ ਤਾਂ ਉਹਨਾਂ ਰੁੱਖ ਨਾਲੋਂ ਫਲ ਤੋੜੇ ਤੇ ਢਿੱਡ ਭਰ ਲਿਆ। ਰੁੱਖ ਦੀ ਠੰਡੀ ਮਿੱਠੀ ਛਾਂ ਉਹਨਾਂ ਦਾ ਆਸਰਾ ਹੋ ਗਈ। ਉਹਨਾਂ ਦੇ ਪੁੱਤਰ ਆਲਮ ਨੂੰ ਤਾਂ ਜਿਵੇਂ ਖੇਡਣ ਲਈ ਆੜੀ ਲੱਭ ਪਿਆ। ਆੜੀ ਦੋਸਤ। ਉਹ ਕਦੀ ਰੁੱਖ ਉੱਤੇ ਚੜ੍ਹ ਜਾਂਦਾ ਤੇ ਕਦੀ ਲਮਕਦੀਆਂ ਹੋਈਆਂ ਟਾਹਣੀਆਂ ਨਾਲ ਝੂਲਦਾ। ਭੀਖੂ ਦੀ ਪਤਨੀ ਹੱਸਦੀ ਹੋਈ ਬੋਲੀ, ਜੇ ਇੰਨਾ ਸੋਹਣਾ ਰੁੱਖ ਕੋਲ ਹੋਵੇ ਤਾਂ ਹੋਰ ਕੀ ਚਾਹੀਦਾ ਹੈ। ਆਪਾਂ ਹੁਣ ਇੱਥੇ ਹੀ ਰਹਿ ਪਈਏ। ਪਿਆਰੇ ਵਿਦਿਆਰਥੀਓ, ਕੀ ਕਿਵੇਂ ਉਹਨਾਂ ਦੁਆਰਾ ਰੁੱਖਾਂ ਨੂੰ ਕੱਟਣ ਤੇ ਉੱਥੇ ਮਾਰੂਥਲ ਬਣ ਗਿਆ। ਪਰ ਉਸ ਤੂਫਾਨ ਵਿੱਚ, ਰੇਤ ਦੇ ਤੂਫਾਨ ਵਿੱਚ ਹੀ ਇੱਕ ਰੁੱਖ ਦੁਆਰਾ ਉਸ ਦੇ ਪਰਿਵਾਰ, ਭੀਖੂ ਦੇ ਪਰਿਵਾਰ ਦੀ ਜਾਨ ਬਚਾਈ ਗਈ। ਤੇ ਕਿਵੇਂ ਉਹ ਰੁੱਖ ਦੀ ਛਾਂ ਹੇਠ ਬੈਠਦੇ ਤੇ ਭੁੱਖ ਲੱਗਦੀ ਤਾਂ ਉਸ ਦੇ ਫਲ ਖਾਂਦੇ। ਤਾਂ ਉਹਨਾਂ ਦਾ ਬੱਚਾ ਆਲਮ ਵੀ ਉਸ ਰੁੱਖ ਦੀਆਂ ਟਹਿਣੀਆਂ ਨਾਲ ਖੇਲਦਾ। ਤੇ ਉਸ ਦੀ ਪਤਨੀ ਇਹ ਸੋਚਣ ਲੱਗ ਪਈ ਕਿ ਹੁਣ ਅਸੀਂ ਇਸ ਰੁੱਖ ਦੇ ਥੱਲੇ ਹੀ ਰਹਿਣ ਲੱਗ ਪਵਾਂਗੇ। ਪਿਆਰੇ ਵਿਦਿਆਰਥੀਓ, ਇਹ ਸੱਚ ਹੈ ਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਲਗਾਤਾਰ ਜੰਗਲਾਂ ਨੂੰ ਕੱਟੀ ਜਾ ਰਹੇ ਹਾਂ, ਲੱਕੜਾਂ ਨੂੰ ਵੇਚੀ ਜਾ ਰਹੇ ਹਾਂ। ਪਰ ਅਸੀਂ ਇਹ ਨਹੀਂ ਜਾਣਦੇ ਕਿ ਇਹ ਰੁੱਖ ਹੀ ਸਾਡੇ ਅਸਲੀ ਮਿੱਤਰ ਹਨ ਤੇ ਇਹੋ ਹੀ ਅਖੀਰ ਵਿੱਚ ਸਾਡਾ ਆਸਰਾ ਬਣਦੇ ਹਨ। ਆਓ ਕਹਾਣੀ ਨੂੰ ਅੱਗੇ ਪੜ੍ਹਦੇ ਹਾਂ। ਭੀਖੂ ਨੂੰ ਵੀ ਇਹ ਸਲਾਹ ਜੱਚ ਗਈ। ਅਗਲੇ ਦਿਨ ਭੀਖੂ ਤੜਕਸਾਰ ਉੱਠਿਆ ਤੇ ਟਹਿਣੀਆਂ ਤੋੜ ਕੇ ਟਾਰਾ ਛੱਤਣ ਲੱਗ ਪਿਆ। ਪਤਨੀ ਨੇ ਵੇਖਿਆ ਤਾਂ ਉਦਾਸ ਹੋਈ ਬੋਲੀ, ਤੂੰ ਇਸ ਤਰ੍ਹਾਂ ਕਾਹਨੂੰ ਕਰਦਾ ਸੀ? ਇਹਨਾਂ ਟਾਹਣੀਆਂ ਨੇ ਤਾਂ ਆਪਣੀ ਜਾਨ ਬਚਾਈ ਸੀ। ਭੀਖੂ ਚੁੱਪ ਰਿਹਾ। ਇੱਕ ਦਿਨ ਭੀਖੂ ਨੂੰ ਜਾਪਿਆ ਸੁੰਨੇ ਢਾਰੇ ਵਿੱਚ ਬਹਿਣ ਖਲੋਣ ਲਈ ਮੰਜਾ ਪੀੜਾ ਵੀ ਚਾਹੀਦਾ ਸੀ। ਉਹਨੇ ਰੁੱਖ ਦੇ ਕੁਝ ਟਾਹਣੇ ਵੱਢ ਕੇ ਮੰਜਾ ਪੀੜਾ ਬਣਾ ਲਿਆ। ਪਤਨੀ ਨੇ ਹੌਕਾ ਭਰ ਕੇ ਆਖਿਆ, ਇਹ ਰੁੱਖ ਆਪਾਂ ਨੂੰ ਕਿੰਨੀ ਸੋਹਣੀ ਛਾਂ ਦਿੰਦਾ ਹੁੰਦਾ ਸੀ, ਕਿੰਨੇ ਮਿੱਠੇ ਇਹਦੇ ਫਲ ਹੁੰਦੇ ਸਨ। ਭੀਖੂ ਖਿਝ ਗਿਆ। ਆਪਾਂ ਰੁੱਖ ਹੇਠ ਮੇਲਾ ਤਾਂ ਨਹੀਂ ਲਾਉਣਾ। ਰੁੱਖ ਕੋਲ ਹਾਲੇ ਵੀ ਸਾਡੇ ਲਈ ਬਥੇਰੀ ਛਾਂ ਏ। ਉਹਨਾਂ ਦੀਆਂ ਲੋੜਾਂ ਨਿੱਤ ਪੈਦਾ ਹੁੰਦੀਆਂ ਰਹਿੰਦੀਆਂ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਉਹ ਰੁੱਖ ਹੀ ਉਹਨਾਂ ਦਾ ਆਸਰਾ ਬਣਿਆ। ਪਰ ਫਿਰ ਵੀ ਉਹ ਰੁੱਖ ਨੂੰ ਲਗਾਤਾਰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੱਟਦੇ ਹੀ ਗਏ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਰੁੱਖ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਰਿਹਾ ਤੇ ਹੌਲੀ ਹੌਲੀ ਮੁੱਕਦਾ ਰਿਹਾ। ਆਖਰਕਾਰ ਸਹੂਲਤਾਂ ਭਰੇ ਉਸ ਘਰ ਦੇ ਵਿਹੜੇ ਵਿੱਚ ਰੁੱਖ ਦੇ ਨਾਂ ਦਾ ਇੱਕ ਟੁੰਡ ਜਿਹਾ ਤਣਾ ਖੜਾ ਰਹਿ ਗਿਆ। ਭੀਖੂ ਨੇ ਦੂਰ ਉਦੇਸ਼ੀ ਦੀ ਗੱਲ ਕੀਤੀ, ਤਣੇ ਨੂੰ ਆਪਾਂ ਕਿਸੇ ਵੱਡੇ ਕੰਮ ਲਈ ਵਰਤਾਂਗੇ। ਹੁਣ ਸੁੱਖ ਨਾਲ ਆਪਣਾ
ਪੁੱਤਰ ਵੱਡਾ ਹੋ ਗਿਆ ਹੈ, ਭਲਕ ਨੂੰ ਉਹਦਾ ਵੀ ਟੱਬਰ ਟੀਹਰ ਹੋ, ਉਦੋਂ ਇਹ ਤਣਾ ਕੰਮ ਆਊ। ਇੱਕ ਦਿਨ ਫਕੀਰ ਉਸ ਪਾਸਿਓਂ ਦੀ ਲੰਘਿਆ। ਉਸ ਵੇਲੇ ਲੂਆਂ ਵਗ ਰਹੀਆਂ ਸਨ, ਲੂਆਂ ਗਰਮ ਹਵਾਵਾਂ। ਫਕੀਰ ਨੇ ਢਾਰੇ ਦੇ ਸੇਕ ਵਿੱਚ ਬੈਠ ਕੇ ਪਾਣੀ ਪੀਤਾ ਤੇ ਪੁੱਛਿਆ, ਕੀ ਰੱਬ ਨੇ ਤੁਹਾਨੂੰ ਕਦੀ ਕੋਈ ਰੁੱਖ ਨਹੀਂ ਦਿੱਤਾ? ਭੀਖੂ ਨੇ ਦੱਸਿਆ, ਬਾਬਾ ਹੈਗਾ ਏ ਇੱਕ ਰੁੱਖ, ਉਹ ਖੜਾ ਏ ਰੁੰਡ ਮੁੰਡ ਜਿਹਾ, ਇੱਕ ਵਾਰ ਦੀ ਘੱਟ ਵੱਢ ਪਿੱਛੋਂ ਮੁੜ ਪੁੰਗਰਿਆ ਹੀ ਨਹੀਂ। ਫਕੀਰ ਰੁੱਖ ਦਾ ਹਸ਼ਰ ਵੇਖ ਕੇ ਉਦਾਸ ਹੋ ਗਿਆ। ਉਹ ਕੁਝ ਛਿਣ ਚੁੱਪ ਰਿਹਾ ਤੇ ਫਿਰ ਬੋਲਿਆ, ਹਮੇਸ਼ਾ ਰੁੱਖ ਕੱਟੇ ਹੀ ਨੇ, ਕਦੀ ਰੁੱਖ ਲਾਏ ਵੀ ਨਹੀਂ ਨੇ ਕਿ ਇਸ ਦੁਨੀਆ ਵਿੱਚੋਂ ਹਰਿਆਵਲ ਦੇ ਬੀਜ ਮੁੱਕ ਗਏ? ਭੀਖੂ ਨੂੰ ਕੋਈ ਗੱਲ ਨਾ ਔੜੀ। ਪਿਆਰੇ ਵਿਦਿਆਰਥੀਓ, ਜਦੋਂ ਭੀਖੂ ਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਹੋ ਗਈਆਂ ਤਾਂ ਉਹਨਾਂ ਨੇ ਉਹ ਰੁੱਖ ਸਾਰਾ ਹੀ ਛਾਂਗ ਦਿੱਤਾ ਤੇ ਉਹ ਸਿਰਫ ਉੱਥੇ ਇੱਕ ਰੁੰਡ ਮੁੰਡ ਜਿਹਾ ਹੀ ਰੁੱਖ ਖੜਾ ਸੀ। ਜਦ ਉੱਥੋਂ ਇੱਕ ਫਿਰ ਫਕੀਰ ਲੰਘਿਆ ਤਾਂ ਉਸਨੇ ਉਸ ਰੁੱਖ ਵੱਲ ਜਦ ਦੇਖਿਆ ਤਾਂ ਬਹੁਤ ਉਦਾਸ ਹੋ ਗਿਆ ਤੇ ਉਸਨੇ ਪੁੱਛਿਆ ਕਿ ਹੁਣ ਤੱਕ ਉਹਨਾਂ ਨੇ ਸਿਰਫ ਰੁੱਖ ਕੱਟੇ ਹੀ ਹਨ ਕਿ ਕਦੇ ਕੋਈ ਰੁੱਖ ਲਗਾਇਆ ਨਹੀਂ। ਤਾਂ ਇਹ ਫਕੀਰ ਦੀ ਇਹ ਗੱਲ ਸੁਣ ਕੇ ਭੀਖੂ ਨੂੰ ਕੋਈ ਵੀ ਗੱਲ ਨਾ ਸੁੱਝੀ। ਆਓ ਕਹਾਣੀ ਨੂੰ ਅੱਗੇ ਸ਼ੁਰੂ ਕਰਦੇ ਹਾਂ। ਫਕੀਰ ਨੇ ਅੱਖਾਂ ਮੀਟ ਲਈਆਂ। ਕੁਝ ਚਿਰ ਪਿੱਛੋਂ ਉਸ ਅੱਖਾਂ ਖੋਲ੍ਹੀਆਂ ਤੇ ਉਦਾਸ ਸੁਰ ਵਿੱਚ ਬੋਲਿਆ, ਤਾਂ ਹੀ ਮੈਂ ਇਸ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਸਾਂ। ਜਦੋਂ ਰੁੱਖ ਨਾ ਹੋਣ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਸੁਣ ਕੇ ਘਰ ਦੇ ਜੀਅ ਬੇਚੈਨ ਹੋ ਗਏ। ਫਕੀਰ ਨੇ ਉਹਨਾਂ ਦੇ ਮਨ ਵਿੱਚ ਹਰਿਆਵਲ ਦੇ ਬੀਜ ਖਿਲਾਰ ਦਿੱਤੇ ਸਨ। ਉਹ ਬੀਜ ਟੱਬਰ ਦੇ ਮਨ ਵਿੱਚ ਪੁੰਗਰ ਪਏ ਸਨ। ਫਕੀਰ ਦੇ ਜਾਣ ਪਿੱਛੋਂ ਉਹ ਬੇਵਸ ਜਿਹੇ ਰੜੀ ਥਾਂ 'ਚ ਬੈਠੇ ਹੋਏ ਸਨ। ਤੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਸਾਰਾ ਪਰਿਵਾਰ ਫਕੀਰ ਦੀਆਂ ਗੱਲਾਂ ਸੁਣ ਕੇ ਬੇਚੈਨ ਤੇ ਉਦਾਸ ਹੋ ਗਿਆ। ਆਲਮ ਰੋਣ ਹਾਕਾ ਹੋਇਆ ਬੋਲਿਆ, ਬਾਪੂ ਤੂੰ ਰੁੱਖ ਵੱਢਣ ਵਾਲਾ ਕਿਉਂ ਬਣਿਆ ਸੈਂ? ਤੂੰ ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ? ਕਿਵੇਂ ਪੁੱਤਰ ਨੇ ਬਾਪ ਨੂੰ ਇਹ ਪ੍ਰਸ਼ਨ ਕੀਤਾ ਕਿ ਉਸਨੇ ਹਮੇਸ਼ਾ ਰੁੱਖ ਕੱਟੇ ਹੀ ਹਨ, ਰੁੱਖ ਉਗਾਏ ਕਿਉਂ ਨਹੀਂ ਹਨ। ਆਓ ਅਗਲੀ ਲਾਈਨ ਵਿੱਚ ਕਹਾਣੀ ਪੜ੍ਹਦੇ ਹਾਂ। ਭੀਖੂ ਨੇ ਸ਼ਰਮਸਾਰ ਹੋਏ ਨੇ ਨੀਵੀਂ ਪਾ ਲਈ। ਮੇਰੇ ਵੱਡੇ ਵਡੇਰੇ ਵੀ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਸਨ। ਮੈਂ ਸੋਚਿਆ ਇਸੇ ਤਰ੍ਹਾਂ ਹੀ ਕਰੀਦਾ ਏ, ਮੈਨੂੰ ਕੀ ਪਤਾ ਸੀ ਕਿ। ਮਾਰੂਥਲ ਵਿੱਚ ਵਾਵਰੋਲਾ ਜਿਹਾ ਉੱਠਿਆ। ਅਚਾਨਕ ਆਲਮ ਖੜਾ ਹੋ ਗਿਆ। ਹੁਣ ਮੈਂ ਵੱਡਾ ਤਾਂ ਹੋ ਹੀ ਗਿਆ ਵਾਂ, ਹੁਣ ਮੈਂ ਬਣਾਂਗਾ ਰੁੱਖ ਉਗਾਉਣ ਵਾਲਾ। ਤੇ ਆਲਮ ਤਿੱਖੜ ਧੁੱਪ ਵਿੱਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ। ਆਲਮ ਨੂੰ ਹਰਿਆਵਲ ਦੇ ਬੀਜ ਲੱਭਣ ਪਏ ਸਨ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਇੱਕ ਬੱਚੇ ਦੇ ਮਨ ਤੇ ਫਕੀਰ ਦੀਆਂ ਗੱਲਾਂ ਦਾ ਇੰਨਾ ਡੂੰਘਾ ਅਸਰ ਹੋਇਆ ਕਿ ਉਹ ਤਿੱਖੜ ਦੁਪਹਿਰੇ ਹੀ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ ਤੇ ਉਹ ਇਹ ਕਹਿਣ ਲੱਗਾ ਕਿ ਹੁਣ ਮੈਂ ਵੱਡਾ ਤਾਂ ਹੋ ਗਿਆ ਹਾਂ ਤੇ ਰੁੱਖ ਉਗਾਉਣ ਵਾਲਾ ਹੀ ਬਣਾਂਗਾ। ਆਲਮ ਨੂੰ ਹਰਿਆਵਲ ਦੇ ਬੀਜ ਲੱਭ ਪਏ ਹਨ। ਸੁਣਿਆ ਹੈ ਆਲਮ ਜਿੱਧਰ ਵੀ ਲੰਘਦਾ ਹੈ ਰੁੱਖ ਲਾਉਂਦਾ ਤੁਰਿਆ ਜਾਂਦਾ ਹੈ ਤੇ ਹੁਣ ਆਲਮ ਜਿੱਧਰੋਂ ਵੀ ਲੰਘਦਾ ਸੀ ਉੱਧਰ ਰੁੱਖ ਲਗਾਉਂਦਾ ਜਾਂਦਾ ਸੀ। ਪਿਆਰੇ ਵਿਦਿਆਰਥੀਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰੁੱਖ ਸਾਡੇ ਜੀਵਨ ਦਾ ਅਨਮੋਲ ਧਨ ਹੈ। ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫਾ ਹੈ। ਇਹਨਾਂ ਨਾਲ ਜੰਗਲ ਫੈਲਦਾ ਹੈ, ਕੁਦਰਤ ਧੜਕਦੀ ਹੈ। ਆਪੇ ਗਰਮੀ ਸਰਦੀ ਧੁੱਪ ਆਦਿ ਸਹਾਰ ਕੇ ਸਭ ਨੂੰ ਛਾਂ ਆਸਰਾ ਫੁੱਲ ਤੇ ਫਲ ਦਿੰਦੇ ਹਨ। ਰੁੱਖਾਂ ਦੀ ਛਾਂ ਰੁੱਖਾਂ ਦੀ ਥਾਂ ਸਭ ਨਿਰਮਲ ਹੈ ਤੇ ਪਵਿੱਤਰ ਹੈ ਤੇ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਰੁੱਖਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸ ਦਈਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਫਕੀਰ ਕਿਸ ਦਾ ਹਸ਼ਰ ਵੇਖ ਕੇ ਉਦਾਸ ਹੋ ਗਿਆ? ਪ੍ਰਸ਼ਨ ਨੰਬਰ 2, ਫਕੀਰ ਨੇ ਉਹਨਾਂ ਦੇ ਮਨ ਤੇ ਕਿਸ ਚੀਜ਼ ਦੇ ਬੀਜ ਖਿਲਾਰ ਦਿੱਤੇ? ਪ੍ਰਸ਼ਨ ਨੰਬਰ 3, ਆਲਮ ਨੇ ਰੋਣ ਹਾਕਾ ਹੋ ਕੇ ਬਾਪੂ ਨੂੰ ਕੀ ਕਿਹਾ? ਪ੍ਰਸ਼ਨ ਨੰਬਰ 4, ਰੁੱਖ ਉਗਾਉਣ ਵਾਲਾ ਕੌਣ ਬਣਿਆ? ਪ੍ਰਸ਼ਨ ਨੰਬਰ 5,
ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ। ਉਸ ਤੋਂ ਬਾਅਦ ਖਾਲੀ ਥਾਵਾਂ ਭਰੋ। ਇੱਕ ਵਾਰ ਹਵਾ ਨੇ ਡੈਸ਼ ਦਾ ਰੂਪ ਲੈ ਲਿਆ। ਉਸ ਤੋਂ ਬਾਅਦ ਵਸਦੇ ਲੋਕ ਡੈਸ਼ ਗਏ। ਖਾਲੀ ਥਾਂ ਨੰਬਰ 3, ਉਸ ਰੁੱਖ ਦੀਆਂ ਟਹਿਣੀਆਂ ਹੇਠਾਂ ਤੱਕ ਡੈਸ਼ ਰਹੀਆਂ ਸਨ। ਉਸ ਤੋਂ ਬਾਅਦ ਡੈਸ਼ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।